गुड इवनिंग गाइस। ਅੱਜ ਆਪਾਂ ਕਰਨ ਜਾ ਰਹੇ ਹਾਂ ਕਨਵਰਜੈਂਟ ਐਂਡ ਡਾਈਵਰਜੈਂਟ। ਆਪਾਂ ਚੈੱਕ ਕਰਾਂਗੇ ਕਿ ਕੋਈ ਸੀਕੁਐਂਸ ਕਨਵਰਜੈਂਟ ਕਦੋਂ ਹੁੰਦੀ ਹੈ ਤੇ ਡਾਈਵਰਜੈਂਟ ਕਦੋਂ ਹੁੰਦੀ ਹੈ। ਛੋਟੀ ਜੀ ਕਲਾਸ ਰਹਿ ਗਈ ਅੱਜ ਦੀ, ਸਿਰਫ ਕਨਵਰਜੈਂਟ ਤੇ ਡਾਈਵਰਜੈਂਟ ਦੇ ਬਾਰੇ ਹੀ ਆਪਣੀ ਅੱਜ ਦੀ ਕਲਾਸ ਹੈ। ਤਾਂ ਐਂਡ ਤੱਕ ਜ਼ਰੂਰ ਦੇਖਣਾ ਕਲਾਸ ਨੂੰ, ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਜਾਵੇਗਾ ਕਿ ਕਨਵਰਜੈਂਟ ਤੇ ਡਾਈਵਰਜੈਂਟ ਆਪਾਂ ਕਿਵੇਂ ਫਾਈਂਡ ਕਰ ਸਕਦੇ। ਚਲੋ ਜੀ ਸ਼ੁਰੂ ਕਰਦੇ ਹਾਂ ਆਪਾਂ। पहला क्वेश्चन अपने को ए सीरीज कैन आल्सो बी डिनोटेड बाय सिंबल। किसी सीरीज ਨੂੰ ਆਪਾਂ ਕਿਹੜੇ ਸਿੰਬਲ ਨਾਲ ਡਿਨੋਟ ਕਰ ਸਕਦੇ ਹਾਂ। ए ਸਿੰਬਲ ਨਾਲ ਯਾਨੀ ਕਿ ਇਹਦਾ ਮਤਲਬ ਹੈ ਪਾਈ an ਯਾਨੀ ਕਿ ਸਮੇਸ਼ਨ ਪਾਈ an ਜਾਂ ਸਿਗਮਾ an ਜਾਂ ਫਿਰ ਫਾਈ an ਜਾਂ ਥੀਟਾ an। ਤਾਂ ਕਿਹੜੇ ਸਿੰਬਲ ਨਾਲ ਆਪਾਂ ਡਿਨੋਟ ਕਰ ਸਕਦੇ ਹਾਂ। ਆਪਾਂ ਕਿਸੇ ਵੀ ਸੀਰੀਜ਼ ਨੂੰ ਡਿਨੋਟ ਕਰਦੇ ਹੁੰਦੇ ਆ ਸਿਗਮਾ an ਨਾਲ। ਤਾਂ ਆਪਣਾ ਰਾਈਟ ਆਪਸ਼ਨ ਕਿਹੜਾ ਹੋ ਜਾਏਗਾ, ਬੀ ਰਾਈਟ ਹੋ ਜਾਏਗਾ। क्लियर। ਇਹਦਾ ਇੱਕ ਸਿੰਪਲ ਜਿਹਾ MCQ ਸੀ। क्वेश्चन नंबर 2। क्वेश्चन नंबर 2 ਕੀ ਕਹਿੰਦਾ ਹੈ 1 + 2 + 3 + 4। ਇੱਕ ਤਾਂ ਆ ਹੈ ਆਪਣੇ ਕੋਲ ਔਰ ਇੱਕ 10 ਹੈ। ਤਾਂ ਇਹਨਾਂ ਦੋਨਾਂ ਦੇ ਵਿੱਚੋਂ ਦੱਸਣਾ ਆਪਾਂ ਕਿਹੜੀ ਸੀਰੀਜ਼ ਹੋਏਗੀ। ਇਹਨਾਂ ਦੋਨਾਂ ਦੇ ਵਿੱਚੋਂ ਸੀਰੀਜ਼ ਕਿਹੜੀ ਹੋਏਗੀ। ਕਿ ਦੋਨਾਂ ਵਿੱਚੋਂ ਕੋਈ ਸੀਰੀਜ਼ ਨਹੀਂ ਹੋਏਗੀ। ਚਲੋ ਇਹ ਆਪਸ਼ਨ ਤੋਂ ਚੱਲਦੇ ਆ 1 2 3 + 4 ਕੀ ਓਨਲੀ ਇਹ ਸੀਰੀਜ਼ ਹੋਏਗੀ ਜਾਂ ਕੱਲੀ 10 ਸੀਰੀਜ਼ ਹੋਏਗੀ ਜਾਂ ਫਿਰ ਦੋਨੋਂ ਹੀ ਸੀਰੀਜ਼ ਹੋਣਗੀਆਂ ਜਾਂ ਫਿਰ ਦੋਨਾਂ ਵਿੱਚੋਂ ਕੋਈ ਵੀ ਸੀਰੀਜ਼ ਨਹੀਂ ਹੋਣੀ। ਤਾਂ ਆਪਾਂ ਹੀ ਦੱਸਣਾ ਹੈ। ਦੇਖੋ 1 + 2 + 3 + 4 ਇਹ ਤਾਂ ਸੀਰੀਜ਼ ਬਣ ਰਹੀ ਹੈ। ਸੀਰੀਜ਼ ਕਿਹੜੀ ਸਿਕੁਐਂਸ ਕਿਹੜੀ ਹੁੰਦੀ ਹੈ ਜਿਹੜੀ ਆਪਾਂ ਸਿੰਪਲ ਲਿਖ ਦਈਏ 1 2 3 4। ਇਹ ਆਪਣੇ ਕੋਲ ਕੀ ਹੋ ਜਾਂਦੀ ਹੈ ਸਿਕੁਐਂਸ। ਅਗਰ ਆਪਾਂ ਸੀਰੀਜ਼ ਬਣਾਉਣੀ ਹੋਵੇ ਤਾਂ ਸੀਰੀਜ਼ ਦੇ ਵਿੱਚ ਆ ਜਾਂਦਾ ਸਮ 1 + 2 + 3 + 4। ਇਹ ਆਪਣੇ ਕੋਲ ਬਣ ਗਈ ਸੀਰੀਜ਼। ਇਹ ਆਪਣੇ ਕੋਲ ਕੀ ਹੈ ਸਿਕੁਐਂਸ। ਕਲੀਅਰ। ਤਾਂ ਹੁਣ ਇਹਨਾਂ ਦੋਨਾਂ ਦੇ ਵਿੱਚੋਂ ਆ ਤਾਂ ਦੇਖੋ ਸੀਰੀਜ਼ ਬਣ ਰਹੀ ਹੈ ਪਰ 10 ਕੀ ਹੈ 10 ਤਾਂ ਇੱਕ ਨੰਬਰ ਹੈ ਤੇ ਇਹਨਾਂ ਦਾ ਕੀ ਹੈ ਸਮ ਹੈ 4 + 3 7 + 2 9 + 10। ਤਾਂ 10 ਤਾਂ ਇੱਕ ਸਮ ਹੈ, ਬਸ ਇਹਨਾਂ ਦਾ ਜਸਟ ਇੱਕ ਨੰਬਰ ਹੈ। ਤਾਂ ਇਹਨੂੰ ਆਪਾਂ ਕੀ ਨਹੀਂ ਬੋਲਾਂਗੇ, ਇਹਨੂੰ ਸੀਰੀਜ਼ ਨਹੀਂ ਬੋਲਾਂਗੇ। ਸੀਰੀਜ਼ ਆਪਣੇ ਕੋਲੇ ਕੀ ਹੋਏਗੀ ਇਹ ਹੀ ਹੋਏਗੀ। ਤਾਂ ਆਪਣੇ ਕੋਲੇ ਰਾਈਟ ਆਂਸਰ ਆ ਜਾਏਗਾ ਇਹ। ਕਲੀਅਰ। ਤਾਂ ਆ ਵੀ ਆਪਣੇ ਕੋਲੇ ਰੋਂਗ ਹੈ, ਆ ਵੀ ਆਪਣੇ ਕੋਲੇ ਰੋਂਗ ਹੈ। ਚਲੋ ਜੀ ਨੈਕਸਟ ਕੁਐਸਚਨ ਵਿਚ ਆਫ ਦਾ ਫੋਲੋਇੰਗ ਇਜ਼ ਨੋਟ ਏ ਸੀਰੀਜ਼। ਇਹਨਾਂ ਦੇ ਵਿੱਚੋਂ ਕਿਹੜੀ ਸੀਰੀਜ਼ ਨਹੀਂ ਹੈਗੀ। ਦੇਖੋ ਆਪਣੇ ਕੋਲੇ ਅਰਥਮੈਟਿਕ ਸੀਰੀਜ਼ ਵੀ ਹੁੰਦੀ ਹੈ। ਕਿਹੜੀ ਸੀਰੀਜ਼ ਹੁੰਦੀ ਹੈ ਅਰਥਮੈਟਿਕ ਸੀਰੀਜ਼ ਵੀ ਹੁੰਦੀ ਹੈ। ਆਪਣੇ ਕੋਲ ਜਿਓਮੈਟ੍ਰਿਕ ਸੀਰੀਜ਼ ਵੀ ਹੁੰਦੀ ਹੈ। ਆ ਵੀ ਹੁੰਦੀ ਹੈ ਅਰਥਮੈਟਿਕ ਵੀ, ਜਿਓਮੈਟ੍ਰਿਕ ਵੀ ਹੁੰਦੀ ਹੈ ਤੇ ਹਾਰਮੋਨਿਕ ਸੀਰੀਜ਼ ਵੀ ਹੁੰਦੀ ਹੈ। ਤਾਂ ਆਪਣੇ ਕੋਲ ਜਿਹੜੀ ਸੀਰੀਜ਼ ਹੈ ਉਹ ਕਿਹੜੀ ਸੀਰੀਜ਼ ਨਹੀਂ ਹੁੰਦੀ, ਕਿਹੜੀ ਸੀਰੀਜ਼ ਨਹੀਂ ਹੁੰਦੀ ਆਈਸੋਮੈਟ੍ਰਿਕ। ਇਹ ਕੋਈ ਵੀ ਸੀਰੀਜ਼ ਨਹੀਂ ਹੁੰਦੀ ਆਈਸੋਮੈਟ੍ਰਿਕ ਹੈ ਜਿਹੜੀ, ਇਹ ਕਿਸੇ ਵੀ ਪ੍ਰਕਾਰ ਦੀ ਸੀਰੀਜ਼ ਨਹੀਂ ਹੁੰਦੀ। ਤਾਂ ਉਹਨਾਂ ਨੇ ਹੀ ਪੁੱਛਿਆ ਸੀ ਵੀ ਇਹਨਾਂ ਦੇ ਵਿੱਚੋਂ ਕਿਹੜੀ ਸੀਰੀਜ਼ ਹੈ ਨਹੀਂ। ਤਾਂ ਆਈਸੋਮੈਟ੍ਰਿਕ ਸੀਰੀਜ਼ ਹੈ ਜਿਹੜੀ ਉਹ ਸੀਰੀਜ਼ ਨਹੀਂ ਬਣਦੀ। ਕਲੀਅਰ ਜੀ। ਚਲੋ ਹੁਣ ਆਪਾਂ ਮੂਵ ਕਰਦੇ ਹਾਂ ਆਪਣੇ ਕਨਵਰਜੈਂਟ ਤੇ ਡਾਈਵਰਜੈਂਟ ਦੇ ਬਾਰੇ। ਇਹ ਤਾਂ ਸਿੰਪਲ ਜਿਹੇ MCQ ਸੀਗੇ ਤਿੰਨ ਜਿਹੜੇ ਆਪਾਂ ਡੀਲ ਕਰ ਲਏ। ਚਲੋ ਜੀ ਹੁਣ ਸਭ ਤੋਂ ਪਹਿਲਾਂ ਆਉਂਦਾ ਡਾਈਵਰਜੈਂਸ ਟੈਸਟ ਦੇ ਉੱਤੇ। ਡਾਈਵਰਜੈਂਸ ਟੈਸਟ। ਡਾਈਵਰਜੈਂਸ ਟੈਸਟ ਆਪਾਂ ਨੂੰ ਕੀ ਕਹਿੰਦਾ ਹੈ, ਦੇਖੋ ਅਗਰ ਆਪਾਂ ਕਿ ਆਪਣੇ ਕੋਲ an ਹੈ, ਅਗਰ an ਹੈ an ਤੇ ਆਪਾਂ ਲਿਮਟ ਅਪਲਾਈ ਕਰੀਏ ਲਿਮਿਟ n ਟੈਂਡ ਟੂ ਇਨਫਿਨਿਟੀ an। ਅਗਰ ਇਹ ਕਨਵਰਜ ਕਰੇ ਯਾਨੀ ਕਿ ਕਨਵਰਜ ਕਰੇ ਜਾਂ ਅਪਰੋਚ ਕਰੇ ਜ਼ੀਰੋ ਨੂੰ, ਕਨਵਰਜ ਕਰੇ ਜਾਂ ਅਪਰੋਚ ਕਰੇ ਕਿਹਨੂੰ ਜ਼ੀਰੋ ਨੂੰ। ਇਹਦਾ ਆਂਸਰ ਅਗਰ ਕਿਸੇ ਵੀ ਫੰਕਸ਼ਨ ਤੇ ਆਪਾਂ ਇਨਫਿਨਿਟੀ ਲਿਮਿਟ ਲਾਉਣ ਤੇ ਅਗਰ ਉਹਦਾ ਆਂਸਰ ਜ਼ੀਰੋ ਬਣਦਾ ਹੈ ਤਾਂ ਇਹ ਕੀ ਹੋਏਗੀ ਆਪਣੇ ਕੋਲੇ ਕਨਵਰਜ ਹੋ ਜਾਏਗੀ। ਕੀ ਹੋ ਜਾਏਗੀ ਕਨਵਰਜ। यानी कि कोई भी सीरीज है या सिक्वेंस है, मतलब कोई भी सीरीज है अगर आप ਉਹਦੇ ਉੱਤੇ ਲਗਾਈਏ ਲਿਮਿਟ n ਟੈਂਡ ਟੂ ਇਨਫਿਨਿਟੀ ਤੇ ਉਹਦਾ ਆਨਸਰ ਆਪਣੇ ਕੋਲੇ ਕੀ ਬਣੇ ਜ਼ੀਰੋ ਬਣਦਾ ਹੋਵੇ। ਕੀ ਬਣਦਾ ਹੋਵੇ ਜ਼ੀਰੋ। ਤਾਂ ਉਹਨੂੰ ਆਪਾਂ ਕੀ ਬੋਲਾਂਗੇ ਕਨਵਰਜ ਬੋਲਾਂਗੇ ਕਨਵਰਜ। ਅਗਰ ਆਪਾਂ ਲਿਮਿਟ ਲਗਾਈਏ n ਟੈਂਡ ਟੂ ਇਨਫਿਨਿਟੀ an ਪਰ an ਉੱਪਰ ਤੇ ਉਹਦਾ ਆਨਸਰ ਕੀ ਨਾ ਬਣਦਾ ਹੋਵੇ ਜ਼ੀਰੋ ਬਣਦਾ ਹੋਵੇ। ਮੇ ਵੀ ਉਹ ਇਨਫਿਨਿਟੀ ਵੱਲ ਜਾਂਦਾ ਹੋਵੇ ਬਸ ਜ਼ੀਰੋ ਨਾ ਬਣਦਾ ਹੋਵੇ, ਕੁਝ ਵੀ ਜਾਂਦਾ ਹੋਵੇ 1 2 3 4 ਉਹਦਾ ਆਨਸਰ ਕੀ ਨਾ ਬਣਦਾ ਹੋਵੇ ਜ਼ੀਰੋ ਨਾ ਬਣਦਾ ਹੋਵੇ। ਤਾਂ ਉਹਨੂੰ ਆਪਾਂ ਕੀ ਬੋਲਾਂਗੇ ਡਾਈਵਰਜੈਂਸ। ਕੀ ਬੋਲਾਂਗੇ ਡਾਈਵਰਜੈਂਸ। ਇਹ ਆਪਣੇ ਕੋਲ ਹੈ ਪਹਿਲਾ ਡਾਈਵਰਜੈਂਸ ਟੈਸਟ। ਠੀਕ ਹੈ। ਅਗਰ ਕਿਸੇ ਆਪਾਂ an ਕੋਈ an ਆਪਣੇ ਕਨਵਰਜ ਕਦੋਂ ਕਰੂਗੀ ਅਗਰ ਲਿਮਿਟ n ਟੈਂਡ ਟੂ ਇਨਫਿਨਿਟੀ ਕੀ ਹੋ ਜਾਏਗਾ ਜ਼ੀਰੋ ਹੋ ਜਾਏਗਾ। ਤੇ ਲਿਮਿਟ n ਟੈਂਡ ਟੂ ਇਨਫਿਨਿਟੀ ਅਗਰ an ਨੋਟ ਇਕੁਅਲ ਟੂ ਜ਼ੀਰੋ ਹੈ ਤਾਂ ਆਪਣੇ ਕੋਲ an ਕੀ ਹੋ ਜਾਏਗੀ ਡਾਈਵਰਜੈਂਸ ਹੋ ਜਾਏਗੀ।
ਜਾਂ ਡਾਈਵਰਜੀਬਲ ਚ। ਕਲੀਅਰ ਗੱਲ। ਹੁਣ ਦੇਖੋ ਜਿਵੇਂ ਆਪਣੇ ਕੋਲੇ 1/n ਹੈ, 1/n ਇਹਦੇ ਉੱਪਰ ਆਪਾਂ ਲਿਮਟ ਲਗਾਤੀ n ਟੈਨ ਟੂ ਇਨਫਿਨਿਟੀ। ਹੁਣ 1/n ਦੇ ਉੱਪਰ n ਟੈਨ ਟੂ ਇਨਫਿਨਿਟੀ ਲਾਵਾਂਗੇ ਤਾਂ ਇਹ ਕੀ ਹੋ ਜਾਏਗਾ, ਇਹ ਤਾਂ 0 ਹੋ ਜਾਏਗਾ। ਤਾਂ 0 ਹੋ ਗਿਆ ਤੇ ਕੀ ਆ ਗਿਆ ਆਪਣੇ ਕੋਲੇ, ਕਨਵਰਸ ਆ ਗਿਆ, ਕਨਵਰਸ ਕਰ ਗਿਆ। ਅਗਰ ਆਪਾਂ ਗੱਲ ਕਰੀਏ ਲਿਮਿਟ n ਟੈਨ ਟੂ ਇਨਫਿਨਿਟੀ ਓਨਲੀ n ਦੀ, ਕੱਲਾ n ਹੈ, ਤਾਂ ਇਹਦੇ ਉੱਪਰ ਆਪਾਂ ਲਿਮਟ ਲਗਾਵਾਂਗੇ ਤਾਂ ਇਨਫਿਨਿਟੀ ਹੋ ਜਾਏਗਾ। ਤਾਂ ਇਨਫਿਨਿਟੀ ਆਪਾਂ ਨੂੰ ਨਹੀਂ ਚਾਹੀਦਾ, ਇਹ ਤਾਂ ਨੋਟ ਇਕੁਅਲ ਟੂ 0 ਹੈ, ਤੇ ਇਹ ਕੀ ਹੋ ਗਿਆ, ਡਾਈਵਰਜੈਂਸ। ਸਿੰਪਲੀ ਆਪਾਂ ਇਹ ਚੈੱਕ ਕਰ ਸਕਦੇ। ਕਲੀਅਰ ਜੀ। ਦੇਖੋ ਐਗਜ਼ਾਮਪਲ ਦਿੱਤਾ ਹੋਇਆ ਇੱਥੇ ਆਪਾਂ ਨੂੰ ਇੱਕ ਲਿਮਿਟ n ਟੈਨ ਟੂ ਇਨਫਿਨਿਟੀ n ਸਕੁਅਰ ਕੀ ਦਿੱਤਾ ਹੋਇਆ n ਸਕੁਅਰ ਅਪੋਨ 5n ਸਕੁਅਰ ਪਲੱਸ 4। ਠੀਕ ਹੈ, ਆ ਆਪਾਂ ਨੂੰ an ਦਿੱਤਾ ਹੈ, ਆਪਣਾ ਕੀ ਆ an ਹੈ। ਤਾਂ ਇਹਦੇ ਉੱਤੇ ਆਪਾਂ ਲਿਮਟ ਅਪਲਾਈ ਕਰਤੀ n ਸਕੁਅਰ 5n ਸਕੁਅਰ ਪਲੱਸ 4। ਇਦਾਂ ਦੀ ਲਿਮਟ ਆਪਾਂ ਨੂੰ ਅਪਲਾਈ ਕਰਨੀ ਆਉਂਦੀ ਹੈ ਜਾਂ ਨਹੀਂ ਕਰਨੀ ਆਉਂਦੀ? ਤਾਂ ਆਪਾਂ ਕਿਵੇਂ ਕਰਦੇ ਲਿਮਟ ਅਪਲਾਈ, n ਸਕੁਅਰ ਉੱਪਰ ਪੜੇ ਪੇ ਹੀ ਹੈ, ਤਾਂ ਨੀਚੋਂ ਆਪਾਂ ਕੀ ਕਰ ਦਾਂਗੇ, n ਸਕੁਅਰ ਕੋਮਨ ਲੈ ਲਾਂਗੇ, ਇਹ ਆ ਜਾਏਗਾ 5 ਪਲੱਸ 4 ਅਪੋਨ n ਸਕੁਅਰ। n ਸਕੁਅਰ ਨਾਲ n ਸਕੁਅਰ ਕੈਂਸਿਲ। ਹੁਣ n ਟੈਨ ਟੂ ਇਨਫਿਨਿਟੀ ਲਾਵਾਂਗੇ ਤਾਂ ਉੱਪਰ ਤਾਂ 1 ਨੀਚੇ 5, ਆ ਕੀ ਹੋ ਜਾਣਾ 0। ਤਾਂ ਆਂਸਰ ਕਿੰਨਾ ਆ ਗਿਆ, 1/5 ਆ ਗਿਆ। ਤਾਂ 1/5 ਆ ਗਿਆ, ਇਹ ਤਾਂ ਨੋਟ ਇਕੁਅਲ ਟੂ ਕਿਹਦੇ ਆ ਗਿਆ, 0 ਦੇ। ਨੋਟ ਇਕੁਅਲ ਟੂ ਕੀ ਹੈ ਇਹ, 0। ਤਾਂ ਇਹ ਕੀ ਹੋ ਗਿਆ, ਡਾਈਵਰਜੈਂਟ। ਦਿਸ ਇਜ਼ ਡਾਈਵਰਜੈਂਟ। ਕਲੀਅਰ। ਹੁਣ ਦੇਖੋ ਅਗਰ ਆਪਣੇ ਕੋਲ ਕੀ ਹੈ 1/n ਸਕੁਅਰ, 1/n ਸਕੁਅਰ ਹੈ, ਇਹ ਤੇ ਆਪਾਂ ਲਿਮਟ n ਟੈਨ ਟੂ ਇਨਫਿਨਿਟੀ ਲਾਤੀ ਹੈ, ਕੀ ਹੋ ਗਿਆ ਆਪਣੇ ਕੋਲੇ 0 ਬਣ ਗਿਆ। 0 ਬਣ ਗਿਆ ਤਾਂ ਇਹ ਕੀ ਹੋ ਗਿਆ, ਕਨਵਰਜ ਹੋ ਗਿਆ। ਕੀ ਹੋ ਗਿਆ, ਕਨਵਰਜ ਹੋ ਗਿਆ। ਕਲੀਅਰ। ਤਾਂ ਇਹਨੂੰ ਆਪਾਂ ਇੱਕ ਹੋਰ ਟੈਸਟ ਨਾਲ ਵੀ ਚੈੱਕ ਕਰ ਸਕਦੇ ਹਾਂ 1/n ਸਕੁਅਰ ਨੂੰ। ਉਹ ਕੀ ਹੁੰਦਾ ਆਪਣੇ ਕੋਲੇ, ਪੀ ਟੈਸਟ। ਉਹਨੂੰ ਆਪਾਂ ਅੱਗੇ ਜਾ ਕੇ ਡੀਲ ਕਰਾਂਗੇ ਵੀ ਪੀ ਟੈਸਟ ਕੀ ਹੁੰਦਾ ਹੈ। ਠੀਕ ਹੈ, ਲੇਕਿਨ ਫਿਲਹਾਲ ਆਪਾਂ ਡਾਈਵਰਜੈਂਸ ਟੈਸਟ ਨਾਲ ਸੋਲਵ ਕਰਨ ਦੀ ਗੱਲ ਕਰੀਏ ਤਾਂ ਆਪਾਂ ਲਿਮਟ n ਟੈਨ ਟੂ ਇਨਫਿਨਿਟੀ ਪੁੱਟ ਕਰਨੀ ਹੈ। ਅਗਰ ਤਾਂ ਆਪਣਾ ਆਂਸਰ ਬਣ ਗਿਆ 0, ਤਾਂ 0 ਬਣ ਗਿਆ ਤਾਂ ਉਹ ਹੋ ਜਾਏਗੀ ਕਨਵਰਜ। ਅਗਰ 0 ਨਾ ਬਣਦਾ ਹੋਇਆ, ਕੋਈ ਹੋਰ ਨੰਬਰ ਬਣਦਾ ਹੋਇਆ, ਤਾਂ ਉਹ ਆਪਣੇ ਕੋਲੇ ਕੀ ਹੋ ਜਾਏਗੀ, ਡਾਈਵਰਜ। ਕਲੀਅਰ ਜੀ ਗੱਲ। ਇੱਥੋਂ ਤੱਕ ਕਿਸੇ ਨੂੰ ਕਿੰਨਾਂ ਨੂੰ ਕਲੀਅਰ ਹੋ ਗਿਆ, ਡਾਈਵਰਜੈਂਸ ਟੈਸਟ ਕਿਹਨੂੰ ਕਿਹਨੂੰ ਕਲੀਅਰ ਹੋ ਗਿਆ। ਤਾਂ ਸਿੰਪਲ ਜਿਹਾ ਫੰਡਾ ਮੈਂ ਇੱਕ ਵਾਰ ਫਿਰ ਤੋਂ ਐਕਸਪਲੇਨ ਕਰ ਰਿਹਾ। ਦੇਖੋ ਆਪਾਂ ਲਿਮਟ ਲੈਣੀ ਹੈ n ਟੈਨ ਟੂ ਇਨਫਿਨਿਟੀ, ਇੱਕ ਵਾਰ ਇੱਥੇ, ਇੱਕ ਵਾਰ ਫਿਰ ਤੋਂ ਲਿਮਟ ਲੈਣੀ ਹੈ n ਟੈਨ ਟੂ ਇਨਫਿਨਿਟੀ। ਇੱਥੇ ਵੀ ਆਪਣੀ ਕੋਈ an ਹੋਏਗੀ, ਇੱਥੇ ਵੀ ਆਪਣੀ ਕੋਈ an ਹੋਏਗੀ। ਅਗਰ ਲਿਮਟ ਟੈਨ ਟੂ ਇਨਫਿਨਿਟੀ an ਤੇ ਅਪਲਾਈ ਕਰਦੇ 0 ਆ ਗਿਆ ਤਾਂ ਉਹ ਹੋ ਜਾਏਗੀ ਕਨਵਰਜ। ਅਪਰੋਚ ਕਰ ਗਿਆ 0 ਨੂੰ ਤਾਂ ਹੋ ਜਾਏਗੀ ਕਨਵਰਜ। ਅਗਰ ਇਹ ਨੋਟ ਅਪਰੋਚ ਕੀਤਾ 0 ਨੂੰ, ਮਤਲਬ 0 ਨਾ ਆਈ, ਤਾਂ ਇਹ ਹੋ ਜਾਏਗੀ ਡਾਈਵਰਜ। ਕਲੀਅਰ। ਚਲੋ ਜੀ ਗੱਲ ਕਰਦੇ ਆ ਪੀ ਟੈਸਟ ਦੀ। ਪਿੱਛੇ ਆਪਾਂ ਇੱਕ ਕੁਐਸਚਨ ਕੀਤਾ ਸੀ 1/n ਸਕੁਅਰ, ਉਹਦੇ ਚ ਆਪਾਂ ਲਿਖਿਆ ਸੀ ਕਿ ਆਪਾਂ ਪੀ ਟੈਸਟ ਨਾਲ ਵੀ ਦੱਸ ਸਕਦੇ ਹਾਂ। ਤਾਂ ਹੁਣ ਦੇਖੋ ਦਾ ਪੀ ਸੀਰੀਜ਼ ਕੀ ਹੁੰਦੀ ਹੈ, ਪੀ ਸੀਰੀਜ਼ ਹੁੰਦੀ ਹੈ ਅਗਰ ਸਿਗਮਾ ਸਮੇਸ਼ਨ ਯਾਨੀ ਕਿ 1/n p, ਐਦਾਂ ਦੀ ਕੋਈ ਆਪਣੇ ਕੋਲ ਸੀਰੀਜ਼ ਹੋਵੇ 1/n p, ਤਾਂ ਅਗਰ p ਜਿਹੜਾ ਹੈਗਾ ਆਪਣੇ ਕੋਲੇ ਗ੍ਰੇਟਰ ਦੈਨ 1 ਹੋਵੇਗਾ, p ਕੀ ਹੋਵੇ, ਗ੍ਰੇਟਰ ਦੈਨ 1 ਆਏਗਾ ਦੇ ਵਿੱਚ, ਤਾਂ ਇਹ ਹੋ ਜਾਏਗੀ ਕਨਵਰਜ। ਕਨਵਰਜ। ਅਗਰ p ਲੈਸ ਦੈਨ ਇਕੁਅਲ ਟੂ 1 ਹੋ ਗਿਆ ਤਾਂ ਇਹ ਹੋ ਜਾਏਗੀ ਡਾਈਵਰਜ। ਇਹ ਆਪਾਂ ਨੂੰ ਪੀ ਟੈਸਟ ਕਹਿੰਦਾ ਹੈ। ਪੀ ਟੈਸਟ ਕਹਿੰਦਾ, ਦੇਖੋ ਇੱਥੇ ਲਿਖਿਆ ਹੀ ਹੋਇਆ 1/n p ਆਪਣੇ ਕੋਲੇ ਕੋਈ ਸੀਰੀਜ਼ ਹੈ, ਅਗਰ ਤਾਂ ਅਗਰ p ਆਪਣੇ ਕੋਲ ਗ੍ਰੇਟਰ ਦੈਨ 1 ਹੋ ਗਿਆ ਤਾਂ ਸੀਰੀਜ਼ ਕਰ ਜਾਏਗੀ ਕਨਵਰਜ, ਜਾਂ ਤਾਂ 0 ਜਾਂ ਫਿਰ ਯਾਨੀ ਕਿ ਲੈਸ ਦੈਨ ਇਕੁਅਲ ਟੂ 1 ਹੋ ਗਿਆ, ਲੈਸ ਦੈਨ ਇਕੁਅਲ ਟੂ 1 ਹੋ ਗਿਆ ਤਾਂ ਇਹ ਹੋ ਜਾਏਗੀ ਡਾਈਵਰਜ। ਤਾਂ ਤੁਹਾਡੇ ਲਈ ਇੱਕ ਕੁਐਸਚਨ ਹੈ, ਜਲਦੀ ਨਾਲ ਦੱਸੋ ਤੁਸੀਂ ਕੁਐਸਚਨ P ਪਾ ਲਓ। ਚਲੋ ਕੁਐਸਚਨ P ਤੁਸੀਂ ਅਗਰ ਰਿਪਲਾਈ ਕਰਨਾ ਤਾਂ ਕੁਐਸਚਨ P ਦੇ ਨਾਲ ਰਿਪਲਾਈ ਕਰਨਾ, P ਦਾ ਆਂਸਰ, ਕਿਉਂਕਿ ਆਪਾਂ P ਟੈਸਟ ਕਰ ਰਹੇ ਹਾਂ। ਤਾਂ ਦੱਸੋ ਸਿਗਮਾ 1/n q, ਇਹਦਾ ਆਂਸਰ ਕਿੰਨਾ ਆਏਗਾ। ਇਹ ਕਨਵਰਜ ਕਰੇਗੀ, ਡਾਈਵਰਜ ਕਰੇਗੀ। ਆਪਸ਼ਨ ਕੀ ਹੈ, A ਆਪਸ਼ਨ ਕਨਵਰਜ, B ਹੈਗਾ ਆਪਸ਼ਨ ਡਾਈਵਰਜ, C ਔਸੀਲੇਟਰੀ, ਤੇ D ਨਨ। ਜਲਦੀ ਨਾਲ ਦੱਸੋ ਜੀ, ਇਹ ਕਨਵਰਜ ਕਰਨੀ ਹੈ ਜਾਂ ਡਾਈਵਰਜ ਕਰਨੀ ਹੈ। ਤੁਸੀਂ ਪੀ ਟੈਸਟ ਲਗਾਓ, ਪੀ ਟੈਸਟ ਤੋਂ ਚੈੱਕ ਕਰੋ ਕਿ ਜਿਹੜਾ ਪੀ ਹੈ ਆਪਣਾ ਉਹ ਕਿੰਨਾ ਆ ਰਿਹਾ ਹੈ। ਪੀ ਆਪਣੇ ਕੋਲੇ ਕਿੰਨਾ ਆ ਰਿਹਾ ਹੈ, 3, ਤਾਂ ਇਹ ਕੀ ਹੈ, ਗ੍ਰੇਟਰ ਦੈਨ 1 ਹੈ। ਗ੍ਰੇਟਰ ਦੈਨ 1 ਹੋ ਗਿਆ ਤਾਂ ਕੀ ਕਰੇਗੀ, ਕਨਵਰਜ ਕਰ। ਇੱਕ ਹੋਰ ਕੁਐਸਚਨ, ਇਹਨੂੰ ਤੁਸੀਂ ਮੰਨ ਲਓ P1। P1 ਕੁਐਸਚਨ ਕੀ ਹੈ, ਸਮੇਸ਼ਨ 1/n ਦੀ ਪਾਵਰ 1/2, n ਦੀ ਪਾਵਰ 1/2, ਇਹ ਕੀ ਕਰੇਗੀ ਜੀ, ਕਨਵਰਜ
B diverged, C both, D none। दसो जी 1/n ਦੀ ਪਾਵਰ 1/2। ਤਾਂ ਹੁਣ ਦੇਖੋ ਜਿਹੜੀ ਆ ਪਾਵਰ ਹੈ ਇਹ ਕੀ ਹੈ ਲੈਸ ਦੈਨ 1 ਹੈ, ਲੈਸ ਦੈਨ 1 ਹੈ ਤਾਂ ਆਟੋਮੈਟਿਕ ਕੀ ਹੋਗੀ ਇਹ ਡਾਈਵਰਜੈਂਟ। ਕਲੀਅਰ। ਇੱਕ ਹੋਰ ਕੁਐਸਚਨ, ਅਗਰ ਆਪਣੇ ਕੋਲੇ ਕੁਐਸਚਨ ਆ ਜਾਏ n ਦੀ ਪਾਵਰ -1/2 ਫਿਰ ਸੇਮ ਹੀ ਹੈ, ਆਪਾਂ ਕਵਾਂਗੇ ਇਹਨੂੰ ਆਪਾਂ ਨੀਚੇ ਲਿਆਵਾਂਗੇ, ਨੀਚੇ ਆ ਕੇ ਕੀ ਹੋ ਜਾਏਗਾ 1/n ਦੀ ਪਾਵਰ ਮਤਲਬ ਇੱਕ ਪੀ ਟੈਸਟ ਅਪਲਾਈ ਕਰਾਂਗੇ ਤਾਂ ਇਹ ਡਾਈਵਰਜੈਂਟ ਆਣੀ ਜਾਣੀ ਹੈ। ਕਲੀਅਰ। ਕੀ ਆ ਜਾਣੀ ਹੈ ਇਹ ਡਾਈਵਰਜੈਂਟ ਆ ਜਾਣੀ। ਕਲੀਅਰ ਹੋ ਗਈ ਜੀ ਗੱਲ ਸਾਰੀ। ਓਕੇ ਜੀ, ਇਹ ਸੀਗਾ ਆਪਣੇ ਕੋਲੇ ਪੀ ਟੈਸਟ। ਹੁਣ ਆਪਾਂ ਗੱਲ ਕਰਦੇ ਹਾਂ ਡੀ ਐਲੈਂਬਰਟ ਰੇਸ਼ੋ ਟੈਸਟ। ਇਹਦੀ ਗੱਲ ਕਰਾਂਗੇ ਡੀ ਐਲੈਂਬਰਟ ਰੇਸ਼ੋ ਟੈਸਟ। ਇਹ ਟੈਸਟ ਆਪਾਂ ਨੂੰ ਕੀ ਕਹਿੰਦਾ ਹੈ, ਇਹ ਟੈਸਟ ਕਹਿੰਦਾ ਆਪਣੇ ਕੋਲੇ ਕੋਈ ਸੀਰੀਜ਼ ਹੋਣੀ ਹੈ ਇਹ ਹੈ, ਇਹ ਹੈ ਮੰਨ ਲਓ ਆਪਣੇ ਕੋਲੇ ਕੋਈ ਸੀਰੀਜ਼ ਹੈ, ਇਹ ਹੈ ਆਪਣੇ ਕੋਲੇ ਕੀ ਹੈ ਕੋਈ ਸੀਰੀਜ਼ ਹੈ, ਅਗਰ ਆਪਾਂ ਉਤੇ ਲਿਮਿਟ ਅਪਲਾਈ ਕਰਾਂਗੇ, ਲਿਮਿਟ n ਟੈਂਡ ਟੂ ਇਨਫਿਨਿਟੀ, ਲਿਮਿਟ ਅਪਲਾਈ ਕਰਾਂਗੇ n ਟੈਂਡ ਟੂ ਇਨਫਿਨਿਟੀ ਤਾਂ ਉਹ ਸੀਰੀਜ਼ ਕੀ ਬਣ ਜਾਏਗੀ ਆਪਣੇ ਕੋਲੇ an+1 ਅਪੋਨ an। ਇਹ ਸੀਰੀਜ਼ ਚ ਕਨਵਰਟ ਹੋ ਜਾਏਗੀ ਡੀ ਲੰਬਟ ਦੇ ਵਿੱਚ। ਉਹ ਆਹ ਵਾਲੀ ਸੀਰੀਜ਼ ਨੂੰ ਆਪਾਂ ਇਸ ਫਾਰਮ ਦੇ ਵਿੱਚ ਲਿਖ ਲਾਂਗੇ an+1 ਅਪੋਨ an ਲਿਖ ਲਾਂਗੇ। ਤਾਂ ਫਿਰ ਅਗਰ ਇਹਦਾ ਆਂਸਰ ਕੀ ਆਇਆ ਲੈਸ ਦੈਨ 1 ਆਇਆ ਤਾਂ ਇਹ ਹੋ ਜਾਏਗੀ ਆਪਣੇ ਕੋਲੇ ਕਨਵਰਜੈਂਟ, ਅਗਰ ਇਹ ਆਏਗਾ ਗ੍ਰੇਟਰ ਦੈਨ 1 ਤਾਂ ਇਹ ਹੋ ਜਾਏਗੀ ਆਪਣੇ ਕੋਲੇ ਡਾਈਵਰਜੈਂਟ, ਅਗਰ ਇਹ ਆ ਗਿਆ ਇਕੁਅਲ ਟੂ 1 ਤਾਂ ਇਹ ਰੂਲ ਹੋ ਜਾਏਗਾ ਫੇਲ। रूल की हो जाएगा फेल हो जाएगा। देखो अगर लिमिट आंसर कितना आया लेस देन 1 ਤਾਂ ਕਨਵਰਜ ਕਰ ਜਾਏਗੀ, ਅਗਰ ਐਲ ਆ ਗਿਆ ਗ੍ਰੇਟਰ, ਐਲ ਕੀ ਬੋਲਦੇ ਹੁੰਦੇ ਆ, ਐਲ ਬੋਲਦੇ ਆਪਾਂ ਅਪਰੋਚ, ਕਿ ਕਿਸ ਨੂੰ ਅਪਰੋਚ ਕਰ ਰਹੀ ਹੈ, ਇਧਰ ਜਿਹੜਾ ਆਂਸਰ ਆਉਂਦਾ ਹੁੰਦਾ ਉਹਨੂੰ ਐਲ ਬੋਲਦੇ ਆ ਆਪਾਂ, ਜਿਹੜਾ ਇਹ ਆਂਸਰ ਆਉਂਦਾ ਇਹਨੂੰ ਐਲ ਬੋਲਦੇ ਆ ਕਿ ਅਪਰੋਚ ਟੂ ਐਲ। ਤਾਂ ਅਗਰ ਐਲ ਕੀ ਆ ਗਿਆ ਲੈਸ ਦੇਨ 1 ਆ ਗਿਆ ਤਾਂ ਕਨਵਰਜ, ਐਲ ਗ੍ਰੇਟਰ ਦੇਨ 1 ਆ ਗਿਆ ਤਾਂ ਡਾਈਵਰਜ, ਅਗਰ ਐਲ ਇਕੁਅਲ ਟੂ 1 ਆ ਗਿਆ ਤਾਂ ਟੈਸਟ ਇਨਕਨਕਲੂਸਿਵ। ਇਨਕਲੂਸਿਵ ਦਾ ਮਤਲਬ ਰੂਲ ਫੇਲ, ਯਾਨੀ ਕਿ ਇਹ ਟੈਸਟ ਹੈ ਜਿਹੜਾ ਫੇਲ ਹੋ ਜਾਏਗਾ ਦੱਸਣ ਦੇ ਵਿੱਚ ਕਿ ਇਹ ਕਨਵਰਜ ਹੈ ਜਾਂ ਡਾਈਵਰਜੈਂਟ ਹੈ। ਇਹ ਆਪਾਂ ਨੂੰ ਕੁਝ ਨਹੀਂ ਦੱਸ ਪਾਵੇਗਾ ਫਿਰ ਕਿ ਇਹ ਕਨਵਰਜ ਹੈ ਜਾਂ ਡਾਈਵਰਜ ਹੈ। ਕਲੀਅਰ ਜੀ ਗੱਲ ਨਹੀਂ। ਤਾਂ ਇਹ ਹੁੰਦਾ ਆਪਣੇ ਕੋਲੇ ਡੀ ਲੈਂਬਰਟ ਰੇਸ਼ੋ ਟੈਸਟ। ਆਪਾਂ an ਇਹਨੂੰ ਕਿਸੇ ਵਿੱਚ ਚੇਂਜ ਕਰ ਲੈਂਦੇ ਹੁੰਦੇ ਆ an+1 ਅਪੋਨ an, ਬਸ ਇਹਦੇ ਤੇ ਲਿਮਿਟ ਲਗਾ ਦਵਾਂਗੇ ਤੇ ਆਪਾਂ ਚੈੱਕ ਕਰ ਹੁਣ ਦੇਖੋ ਅਗਰ ਆਪਣੇ ਕੋਲੇ an ਕਿੰਨਾ ਦਿੱਤਾ ਹੋਇਆ ਹੈ, ਅਗਰ ਆਪਣੇ ਕੋਲੇ an ਹੈਗਾ 1/n ਤਾਂ ਆਪਾਂ ਇਹਦਾ ਚੈੱਕ ਕਰਨਾ ਹੈ ਕਿ ਡੀ ਲੈਂਬਰਟ ਰੇਸ਼ੋ ਟੈਸਟ ਨਾਲ। ਤਾਂ ਚੈੱਕ ਕਰੋ ਜੀ ਕਿੰਨਾ ਇਹ ਆ ਜਾਏਗਾ ਆਪਣੇ ਕੋਲ an+1 ਅਪੋਨ an, ਜਿਵੇਂ ਕਿ ਉੱਪਰ ਕਿੰਨਾ ਆ ਗਿਆ 1 ਅਪੋਨ n+1, n+1 ਤਾਂ ਹੀ ਹੋ ਜਾਏਗਾ ਤੇ ਨੀਚੇ ਆ ਗਿਆ 1 ਅਪੋਨ n, ਤਾਂ ਇਹ ਆਲ ਓਵਰ ਕਿੰਨਾ ਆ ਗਿਆ n ਅਪੋਨ n+1। ਹੁਣ ਇਹਦੇ ਤੇ ਅਪਲਾਈ ਕਰ ਦਾਂਗੇ ਲਿਮਿਟ, ਲਿਮਿਟ n ਟੈਂਡ ਟੂ ਇਨਫਿਨਿਟੀ ਅਪਲਾਈ ਕਰਾਂਗੇ ਤਾਂ n ਕਾਮਨ ਆ ਗਿਆ ਤਾਂ ਕੈਂਸਿਲ ਹੋ ਜਾਏਗਾ ਤੇ ਬਣ ਜਾਏਗਾ ਤਾਂ ਆਂਸਰ 1। ਤਾਂ 1 ਆ ਗਿਆ ਤੇ ਕੀ ਹੋ ਗਿਆ ਰੂਲ ਫੇਲ ਹੋ ਗਿਆ, रूल की हो गया फेल हो गया। रूल फेल हो गया तो फिर आप किसी और मेथड में चेक करना। अब 1/n है, पी टेस्ट लगाना पी टेस्ट लगा दो, पी टेस्ट लगाना था पी टेस्ट लगा दो, पी टेस्ट लगावांगे ਤਾਂ ਕੀ ਹੈ ਕਿੰਨਾ ਆ ਜਾਏਗਾ ਇਹਦੀ ਪਾਵਰ 1, 1 ਤੇ ਕੀ ਹੁੰਦਾ ਹੈ ਡਾਈਵਰਜ, 1 ਤੇ ਕੀ ਹੁੰਦਾ ਡਾਈਵਰਜ। ਕਲੀਅਰ ਜੀ ਗੱਲ। देखो लाइक एग्जांपल हो रहा है अपने को n1 टू इनफिनिटी -1 ਦੀ ਪਾਵਰ n क्यूब अपॉन 3 ਦੀ ਹੈ। ठीक है, आपने को कोई सीरीज दे रखी है, केड़ी सीरीज दे रखी है -1 ਦੀ ਪਾਵਰ n क्यूब अपॉन 3 ਦੀ ਪਾਵਰ n। ठीक है, ਤਾਂ ਇਸ ਚੀਜ਼ ਨੂੰ ਆਪਾਂ ਇਸ ਫਾਰਮ ਦੇ ਵਿੱਚ ਲਿਖ ਲਾਂਗੇ। ਲਿਖੋ ਜੀ ਇਸ ਫਾਰਮ ਦੇ ਵਿੱਚ an+1, an+1 ਦਾ ਮਤਲਬ -1 ਦੀ ਪਾਵਰ n+1, ਜਿੱਥੇ ਜਿੱਥੇ n ਉੱਥੇ n+1 ਕਰ ਦੇਣਾ ਆਪਾਂ ਨੇ, ਬਸ ਜਿੱਥੇ ਜਿੱਥੇ n ਹੈ ਉੱਥੇ ਕੀ ਕਰ ਦੇਣਾ n+1, ਤਾਂ n ਦਾ ਕਿਊਬ ਸੀਗਾ ਤਾਂ ਇਹ ਹੋ ਜਾਏਗਾ n+1 ਦਾ ਕਿਊਬ।
फिर नीचे की सीगा 3 ਦੀ ਪਾਵਰ n ਤਾਂ ਹੋ ਜਾਏਗਾ 3 ਦੀ ਪਾਵਰ n plus 1 ਤੇ नीचे आंदा an यानी कि एज इट इज आ जाना -1 ਦੀ ਪਾਵਰ n n plus n ਦੀ ਪਾਵਰ q ਤੇ 3 ਦੀ ਪਾਵਰ n ਤਾਂ ਆ ਗਿਆ ਜੀ ਇਦਾਂ ਤਾਂ ਹੁਣ ਇਹਨੂੰ ਆਪਾਂ ਸੋਲਵ ਕਰਾਂਗੇ ਦੇਖੋ -1 ਦੀ ਪਾਵਰ ਆ n ਜਾਂ -n ਦੀ ਪਾਵਰ n plus 1 ਆ ਉੱਪਰ ਜਾਏਗੀ ਤਾਂ ਓਨਲੀ ਬਚ ਜਾਏਗੀ -n ਦੀ ਪਾਵਰ ਕਿੰਨੀ 1 ਇੰਨੀ ਬਚਣੀ ਹੈ ਨਾ ਤਾਂ ਇਹ ਕਿੰਨਾ ਹੋ ਗਿਆ ਆਪਣੇ ਕੋਲ ਇਹ ਆ ਜਾਏਗਾ -n plus 1 ਦੀ ਪਾਵਰ क्यूब 3n plus 1 ਤੇ ਆ 3n ਕਿੰਨਾ ਚੱਲ ਜਾਏਗਾ ਉੱਪਰ ਚੱਲ ਜਾਏਗਾ ਤੇ n ਕਿਊਬ ਰਹਿ ਜਾਏਗਾ ਨੀਚੇ ਠੀਕ ਹੈ ਜੀ ਇਦਾਂ ਨੂੰ ਇਹਦਾ ਆंसर ਆ ਜਾਏਗਾ ਆਪਣੇ ਕੋਲ देखो -1 ਦੀ ਪਾਵਰ n ਸੀਗਾ ਨਾ ਇਹ ਉੱਪਰ ਜਾਏਗਾ ਤਾਂ ਮਾਈਨਸ ਦਾ n ਹੋ ਜਾਏਗਾ ਮਾਈਨਸ ਦੇ n ਨਾਲ ਮਾਈਨਸ ਦਾ n ਪਲੱਸ ਦਾ n ਕੈਂਸਿਲ ਤਾਂ -1 ਦੀ ਪਾਵਰ ਕਿੰਨੀ ਬਚੇਗੀ 1 ਬਚੇਗੀ ਤਾਂ ਉਹ ਨੈਗੇਟਿਵ ਹੀ ਬਣ ਜਾਣਾ ਸਾਰਾ ਤਾਂ ਇੱਥੇ ਆਈ ਥਿੰਕ ਨੈਗੇਟਿਵ ਦਾ ਨਿਸ਼ਾਨ ਆਉਣਾ ਚਾਹੀਦਾ ਸੀ ਜੀ नहीं सच मोड ਹੁੰਦਾ है ना हाँ देखो मोड भी ਹੁੰਦਾ नेगेटिव नहीं आएगा पॉजिटिव हो जाना ਬਾਅਦ ਵਿੱਚ ਇੱਕ ਵਾਰ 네ਗੇਟਿਵ ਆਏਗਾ ਲੇਕਿਨ ਆ ਮੋਡ ਵੀ ਹੁੰਦਾ ਆਪਣੇ ਕੋਲ ਸੋਰੀ ਮੋਡ ਇੱਥੇ ਲਗਾਉਣਾ ਆਪਾਂ ਭੁੱਲ ਗਏ ਸੀਗੇ ਤਾਂ ਇੱਥੇ ਮੋਡ ਵੀ ਹੁੰਦਾ ਤਾਂ ਬਾਅਦ ਵਿੱਚ ਪੋਜ਼ਿਟਿਵ ਹੋ ਜਾਣਾ ਨਹੀਂ ਤਾਂ ਇਹ ਸਿੱਧਾ ਹੀ ਪਤਾ ਲੱਗ ਜਾਂਦਾ ਅਗਰ ਮੋਡ ਨਾ ਹੁੰਦਾ ਤਾਂ ਆਪਾਂ ਸਿੱਧਾ ਹੀ ਇਹਨੂੰ ਫਿਰ ਕੀ ਕਹਿ ਦਿੰਦੇ ਲੈਸ ਦੈਨ 1 ਕਹਿ ਦਿੰਦੇ ਤਾਂ ਉਹਨੇ ਤਾਂ ਗੱਲ ਨਹੀਂ ਬਣਨੀ ਸੀ ਨਾ ਤਾਂ ਇਹਦੇ ਉੱਪਰ ਕੀ ਹੁੰਦਾ ਮੋਡ ਵੀ ਹੁੰਦਾ ਆਪਾਂ ਉਹ ਲਗਾਉਣਾ ਭੁੱਲ ਗਏ ਸੀ ਠੀਕ ਹੈ ਤਾਂ ਹੁਣ ਇਹਨੂੰ ਅੱਗੇ ਸੋਲਵ ਕਰੋ ਦੇਖੋ 3n या 3n plus 1 ये कैंसिल हो जाएगा नीचे बचेगा ओनली 1/3 तो बाहर आ जाना 1/3 लिमिट ਹੁਣ ਇਹ ਤੇ ਲਿਮਿਟ ਅਪਲਾਈ ਕਰ ਦੋ ਜੋ ਵੀ ਅੰਦਰ ਰਹਿ ਗਿਆ n plus 1 ਦੀ ਕਿਊਬ ਅਪੋਨ n ਕਿਊਬ ਆ ਰਹਿ ਗਿਆ ਜੀ ਆਪਣੇ ਕੋਲ ਠੀਕ ਹੈ ਤਾਂ ਇਹਨੂੰ ਕੀ ਲਿਖ ਲਾਂਗੇ ਆਪਾਂ 1/3 ਲਿਮਿਟ n ਟੈਂਡ ਟੂ ਇਨਫਿਨਿਟੀ ਇਹਨੂੰ ਲਿਖ ਲਾਂਗੇ ਜੀ n plus 1 ਅਪੋਨ n ਪੂਰੇ ਦਾ ਇਕੱਠਾ ਕਿਊਬ ਇਦਾਂ ਲਿਖ ਲਾਂਗੇ ਤਾਂ ਦੇਖੋ ਹੁਣ ਇਹਦੇ ਵਿੱਚੋਂ n ਕਾਮਨ ਆ ਜਾਏਗਾ n ਕਾਮਨ ਆ ਕੇ ਤਾਂ ਬਾਅਦ कैंसिल हो जाएगा ऊपरों में नीचे भी तो ਇਹਦਾ ਆਨਸਰ ਤਾਂ ਆਪਣੇ ਕੋਲੇ 1 ਹੀ ਬਣ ਜਾਣਾ ਜਦੋਂ ਆਪਾਂ ਲਿਮਿਟ ਅਪਲਾਈ ਕਰਾਂਗੇ ਤਾਂ ਆਪਣੇ ਕੋਲੇ ਰਹਿ ਗਿਆ ਓਨਲੀ 1/3 ਇਹ ਕੀ ਆ ਗਿਆ ਲੈਸ ਦੈਨ 1 ਆ ਗਿਆ ਤਾਂ ਲੈਸ ਦੈਨ 1 ਤੇ ਆਪਣਾ ਕੀ ਰਿਜ਼ਲਟ ਸੀ ਦੇਖੋ ਲੈਸ ਦੈਨ 1 ਤੇ ਆਪਣਾ ਰਿਜ਼ਲਟ ਸੀ ਡਾਈਵਰਜੈਂਟ ਤਾਂ ਆਪਣੇ ਕੋਲੇ ਕੀ ਆ ਜਾਣਾ ਹੈ ਇਹ ਰਿਜ਼ਲਟ ਡਾਈਵਰਜੈਂਟ ਕਲੀਅਰ ਜੀ ਤਾਂ ਇਹ ਚੀਜ਼ ਕੀ ਹੋਗੀ ਡਾਈਵਰਜੈਂਟ क्लियर नहीं सॉरी लेस देन 1 ਤੇ ਤਾਂ ਕਨਵਰਜ ਕਰਦੀ ਹੈ ਲੈਸ ਦੇਨ 1 ਤੇ ਕੀ ਕਰਦੀ ਹੈ ਕਨਵਰਜ ਕਰਦੀ ਹੈ ਉਹ ਤਾਂ ਬੋਲ ਗਿਆ ਇਹ ਥੋੜੀ ਜਿਹੀ ਇਹਨਾਂ ਚ ਕਨਫਿਊਜ਼ਨ ਹੋ ਜਾਂਦੀ ਹੈ ਨਾ ਇਹ ਧਿਆਨ ਨਾਲ ਕਰਨੇ ਪੈਣਗੇ ਆਪਾਂ ਲੈਸ ਦੇਨ 1 ਤੇ ਕੀ ਕਰਦੀ ਹੈ ਕਨਵਰਜ ਕਰਦੀ ਹੈ ਠੀਕ ਹੈ ਕਨਵਰਜ ਤਾਂ ਆਪਣੇ ਕੋਲ ਕੀ ਹੋਗੀ ਕਨਵਰਜੈਂਟ ਹੋ ਗਈ ਸੀ ਠੀਕ ਹੈ ਤਾਂ ਤੁਸੀਂ ਇਹਨੂੰ ਦੇਖ ਲਿਆ ਜੀ ਚੰਗੇ ਤਰੀਕੇ ਨਾਲ ਬਸ ਆਪਾਂ ਮੇਨ ਇਹਦੇ ਵਿੱਚ ਕੀ ਕਰਨਾ ਸੀ ਤਰੀਕਾ ਹੀ ਦੇਖਣਾ ਸੀ ਕਿ ਕਿੱਦਾਂ ਆਪਾਂ ਇਹਦੀ ਜਿਹੜੀ ਵੈਲਿਊ ਆ ਫਾਈਂਡ ਕਰਾਂ ਚਲੋ ਜੀ ਹੁਣ ਚੱਲਦੇ ਹਾਂ ਕੋਚੀ ਰੂਟ ਟੈਸਟ ਦੇ ਉੱਤੇ ਦੇਖੋ ਕੋਚੀ ਰੂਟ ਟੈਸਟ ਦੇ ਜਿਹੜੇ ਰਿਜ਼ਲਟ ਨੇ ਉਹ ਤਾਂ ਸੇਮ ਨੇ ਬਿਲਕੁਲ ਬਟ ਇੱਕ ਆਪਣੇ ਕੋਲ ਡਿਫਰੈਂਸ ਆ ਜਾਂਦਾ ਲਿਖਣ ਦਾ ਕਿ ਆਪਾਂ ਇਹਦੇ ਵਿੱਚ ਜਿਹੜੀ an ਹੋਏਗੀ ਆਪਣੀ an ਇਹਨੂੰ ਆਪਾਂ ਕਿੱਦਾਂ ਲਿਖਾਂਗੇ ਇਹਨੂੰ ਆਪਾਂ ਲਿਖਾਂਗੇ an ਮੋਡ ਉਹਦੀ ਪਾਵਰ 1/n ਜਿਹੜਾ ਆਪਣਾ ਰੇਸ਼ੋ ਟੈਸਟ ਸੀਗਾ ਉਹਦੇ ਵਿੱਚ ਆਪਾਂ an ਨੂੰ ਲਿਖਦੇ ਸੀ an plus 1 upon an ਇਹਦੇ ਵਿੱਚ ਲਿਖਾਂਗੇ an ਉਹਦੀ ਪਾਵਰ 1/n क्लियर तो बाकी रिजल्ट सेम अगर लेस देन 1 आंदा है तो कन्वर्ज अगर ग्रेटर देन 1 आंदा है तो डाइवर्जेंट अगर 1 इक्वल टू 1 आंदा है तो रोल फिल ਜਿਹੜੇ ਆ ਤਰੀਕੇ ਨੇ ਇਹ ਸਾਰੇ ਸੇਮ क्लियर बस सिर्फ ਆਪਾਂ ਦੇਖਣਾ ਹੈ ਕਿ ਕੋਚੀ ਰੂਟ ਟੈਸਟ ਦੇ ਵਿੱਚ ਆਪਾਂ ਇਦਾਂ ਲਿਖਾਂਗੇ ਤੇ ਜਿਹੜਾ ਆਪਣਾ ਡੀ ਲੈਮਟ ਸੀਗਾ ਉਹਦੇ ਵਿੱਚ ਆਪਾਂ ਲਿਖਦੇ ਸੀ an + 1 upon an बस ऐदा ही ਆਪਾਂ ਇਹਨਾਂ ਦਾ ਡਿਫਰੈਂਸ ਦੇਖਣਾ ਹੈ ਬਾਕੀ ਜਿਹੜੀ ਆਹ ਵਾਲੀ ਚੀਜ਼ ਹੈ ਇਹ ਦੋਨਾਂ ਵਿੱਚ ਹੀ ਸੇਮ ਰਹੇਗੀ ਕਲੀਅਰ ਹੋ ਗਈ ਗੱਲ ਚਲੋ ਜੀ ਹੁਣ ਇਹਦਾ ਐਗਜ਼ਾਮਪਲ ਦੇਖ ਲੈਂਦੇ ਆਪਾਂ ਟੈਸਟ ਦਾ ਦੇਖੋ ਆਪਣੇ ਕੋਲ ਆ ਕੀ ਦੇ ਰੱਖਿਆ ਸੀਰੀਜ਼ ਦੇ ਰੱਖੀ ਹੈ ਕਿਹੜੀ 4n + 5 ਡਿਵਾਈਡ ਬਾਈ 5n + 6 ਉਹਦੀ ਪਾਵਰ ਕਿੰਨੀ ਹੈ n ਤਾਂ ਹੁਣ ਆਪਾਂ ਇਹਦੇ ਵਿੱਚ ਕੀ ਕਰਦੇ ਹੁੰਦੇ ਆ ਇਹਦੇ ਵਿੱਚ ਆਪਣੀ ਸੀਰੀਜ਼ ਹੈ ਜਿਹੜੀ an ਉਹ ਕੀ ਚ ਚੇਂਜ ਹੋ ਜਾਂਦੀ ਹੈ ਉਹ ਹੋ ਜਾਂਦੀ ਹੈ an ਦੀ ਪਾਵਰ 1/n ਤੇ ਲਿਮਿਟ ਆ ਜਾਂਦੀ ਹੈ ਆਪਣੇ ਕੋਲ n ਟਾਈਮ ਇਨਫਿਨਿਟੀ ਕਲੀਅਰ ਤਾਂ ਜੀ ਕਰ ਦੋ ਚੇਂਜ ਲਿਮਿਟ n ਟਾਈਮ ਟੂ ਇਨਫਿਨਿਟੀ an ਦੀ ਜਗ੍ਹਾ ਕਿੰਨਾ ਆ ਜਾਏਗਾ ਸਾਰਾ
4n+5 5n+6 और ओदी पावर n आई आ जाएगा ਤੇ ਉੱਪਰ ਕੀ ਆਣਾ ਇੱਕ ਆਪਾਂ ਇਹਦੇ ਵਿੱਚ 1/n ਲਗਾਉਂਦੇ ਹੁੰਦੇ ਆ ਤਾਂ 1/n n ਨਾਲ ਤਾਂ n ਕੈਂਸਿਲ ਹੋ ਗਿਆ ਤਾਂ ਆਪਣੇ ਕੋਲ ਕੀ ਬਚਿਆ ਲਿਮਿਟ n tend to infinity 4n+5 5n +6 ਆ ਬਚ ਗਿਆ ਤਾਂ ਇਹਦਾ ਵਿੱਚੋਂ n ਕਾਮਨ ਆ ਜਾਏਗਾ ਇਹ ਤਾਂ ਆਪਾਂ ਲਿਮਿਟ ਐਂਡ ਕੰਟੀਨਿਊਟੀ ਵਿੱਚ ਕੀਤਾ ਹੋਏਗਾ ਨਾ ਕਿ ਆਪਾਂ ਇਹਦੀ ਲਿਮਿਟ ਕਿਵੇਂ ਫਾਈਂਡ ਕਰਦੇ ਆ ਤਾਂ n ਇਹਨਾਂ ਚ ਕਾਮਨ ਆ ਜਾਏਗਾ ਤਾਂ ਇਹਦਾ ਰਿਜ਼ਲਟ ਆਪਣੇ ਕੋਲ ਆਉਂਦਾ ਹੁੰਦਾ ਇਹਦਾ ਕੋਫੀਸ਼ੀਐਂਟ ਤਾਂ ਰਿਜ਼ਲਟ ਆ ਗਿਆ 4/5 4/5 ਕੀ ਹੋ ਗਿਆ ਲੈਸ ਦੈਨ 1 ਹੋ ਗਿਆ ਲੈਸ ਦੈਨ 1 ਤੇ ਕੀ ਕਰ ਗਈ ਇਹ ਕਨਵਰਜ ਕਰ ਤਾਂ ਰਿਜ਼ਲਟ ਆ ਗਿਆ ਕਨਵਰਜ ਕਲੀਅਰ ਤਾਂ ਇਹਦਾ ਆਪਾਂ ਨੂੰ ਟੈਸਟ ਨਾਲ ਵੀ ਕਨਵਰਜਨ ਡਾਈਵਰਜੈਂਟ ਫਾਈਂਡ ਕਲੀਅਰ ਹੋਈ ਗੱਲ ਜੀ ਸਾਰੀ फिर अपने को आंदा एक लिमिट कंपैरिजन टेस्ट जेड़ा लिमिट कंपैरिजन टेस्ट लिमिट कंपैरिजन टेस्ट मतलब दो सीरीज ਦੇ ਵਿਚਾਲੇ ਹੁੰਦਾ ਹੈ ਅਗਰ ਆਪਣੇ ਕੋਲ ਦੋ ਸੀਰੀਜ਼ ਦਿੱਤੀਆਂ ਹੋਣ an ਤੇ bn ਤਾਂ ਉਹਦੇ ਵਿੱਚ ਅਗਰ ਲਿਮਿਟ n ਟੈਂਡ ਟੂ ਇਨਫਿਨਿਟੀ ਕੀ ਹੋ ਜਾਏ ਆਪਣੇ ਕੋਲ ਲਿਮਿਟ n ਟੈਂਡ ਟੂ ਇਨਫਿਨਿਟੀ an ਅਪਨ bn ਇਹਦਾ ਆਨਸਰ ਕੀ ਆ ਜੇ l ਕਿ ਜੋ ਵੀ l ਆਏਗਾ ਆਪਣੇ ਕੋਲ ठीक है फाइनाइट होना चाहिए है एल की है अपने को फाइनाइट एंड पॉजिटिव होना चाहिए एल की होना चाहिए फाइनाइट एंड पॉजिटिव और ए एन बी एन ये दोनों की आने चाहिए ग्रेटर दैन 0 होन ए एन ते बी एन ग्रेटर दैन 0 होन ते एल फाइनाइट ते पॉजिटिव हो गए तो ਜਿਹੜੀ सीरीज होणगियां ये दोनों ए एन सीरीज ते बी एन सीरीज इधर बहुत कन्वर्ज जाता है दोनों कन्वर्ज करनी जब बहुत डाइवर्ज करनी ठीक है इधर बहुत कन्वर्ज और बहुत डाइवर्स ਇਹ ਹੁੰਦਾ ਲਿਮਿਟ ਕੰਪੈਰੀਜ਼ਨ ਟੈਸਟ ਜਿਹਨੂੰ ਆਪਾਂ ਇਹਨਾਂ ਦੇ ਲਿਮਿਟਸ ਦੇ ਨਾਲ ਕੰਪੈਰੀਜ਼ਨ ਕਰਦੇ ਹਾਂ ਕਲੀਅਰ ਅਗਰ an ਟੈਂਡ ਟੂ an ਬਾਈ bn l ਆ ਜੇ l ਕੀ ਹੋਣਾ ਚਾਹੀਦਾ ਫਾਈਨਾਈਟ ਤੇ ਪੋਜ਼ਿਟਿਵ ਹੋਣਾ ਚਾਹੀਦਾ ਤੇ an ਤੇ bn ਕੀ ਹੋਣਾ ਚਾਹੀਦਾ ਗ੍ਰੇਟਰ ਦੈਨ 0 ਤਾਂ ਜਿਹੜੀਆਂ ਸੀਰੀਜ਼ਾਂ ਇਹ ਇਧਰ ਬਹੁਤ ਕਨਵਰਜ ਕਰਨੀਆਂ ਜਾਂ ਬਹੁਤ ਡਾਈਵਰਸ ਐਂਡ ਬਹੁਤ ਡਾਈਵਰਸ ਕਲੀਅਰ ਜੀ Okay, question number 1. Does the sequence converge or diverge? ਆਪਾਂ ਦੱਸਣਾ ਹੈ ਕਿ ਇਹ sequence ਹੈ ਜਿਹੜੀ converge ਕਰੇਗੀ ਜਾਂ diverge ਕਰੇਗੀ ਦੇਖੋ ਜਦੋਂ ਕੋਈ ਵੀ ਆਪਾਂ ਨੂੰ sequence ਆ ਜੇ ਤਾਂ ਉਹਦੇ ਵਿੱਚ ਆਪਾਂ ਕੀ ਕਰਨਾ ਹੁੰਦਾ ਲਿਮਿਟ n ਟੈਂਡ ਟੂ ਇਨਫਿਨਿਟੀ ਅਪਲਾਈ ਕਰ ਦੇਣੀ ਹੈ ਬਸ ਕੁਝ ਨਹੀਂ ਦੇਖਣਾ ਆਪਾਂ ਸਿੱਧਾ ਕੀ ਕਰ ਦੇਣਾ ਲਿਮਿਟ n ਟੈਂਡ ਟੂ ਇਨਫਿਨਿਟੀ ਅਪਲਾਈ ਕਰ ਦੇਣੀ ਹੈ ਅਗਰ ਸਿੰਪਲ ਇਕੁਏਸ਼ਨ ਹੈ ਆਪਣੇ ਕੋਲ ਸਿੰਪਲ sequence ਦਿੱਤੀ ਹੈ ਤਾਂ ਕਰ ਦੋ ਜੀ ਅਪਲਾਈ 10n - 6 upon 2n minus 3 ठीक है जी आ देता है तो n ਇਹਨਾਂ ਚੋਂ ਕਾਮਨ ਆ ਜਾਣਾ n ਉੱਪਰੋਂ ਕਾਮਨ 10 minus 6 divided by n ठीक है ਇਹ ਮੈਂ ਪੂਰਾ ਕਰਦਾ ਤਾਂ ਕਿ ਤੁਹਾਨੂੰ ਲਿਮਟ ਦਾ ਵੀ ਪਤਾ ਲੱਗ ਜੇ ਇਦਾਂ ਦੇ ਆਪਾਂ ਕੁਐਸਚਨ ਪਿੱਛੇ ਵੀ ਕੀਤੇ ਸੀ ਉਹਦਾ ਆਪਾਂ ਸਿੱਧਾ ਰਿਜ਼ਲਟ ਲਿਖ ਲਿਆ ਸੀ ਤਾਂ ਤੁਹਾਨੂੰ ਇੱਧਰ ਪਤਾ ਲੱਗ ਜਾਣਾ 2 minus 3 by n ठीक है ਉੱਪਰੋਂ ਵੀ n ਕਾਮਨ ਲੈ ਲਿਆ ਤੇ ਨੀਚੋਂ ਵੀ n ਕਾਮਨ ਲੈ ਲਿਆ ਤਾਂ n ਨਾਲ n ਕੈਂਸਲ ਲਿਮਿਟ ਆਪਣੀ ਚੱਲਦੀ ਰਹੀ ਹੈ n ਟਾਈਮ ਤਾਂ ਲਿਮਿਟ ਅਪਲਾਈ ਕਰਾਂਗੇ 10 ਮਾਈਨਸ ਆਪਾਂ ਨੂੰ ਪਤਾ 1 ਅਪਨ ਇਨਫਿਨਿਟੀ ਕਿੰਨਾ ਹੁੰਦਾ ਹੈ 10 ਤੋਂ ਇਨਫਿਨਿਟੀ ਕੋਲ ਕਰਾਂਗੇ ਤਾਂ 0 ਹੁੰਦਾ ਤਾਂ ਤਾਂ ਸਾਰਾ 0 ਹੋ ਜਾਂਦਾ 10 ਮਾਈਨਸ 0 ਨੀਚੇ 2 ਮਾਈਨਸ 0 ਇਹ ਹੋ ਜਾਣਾ 2 ਮਾਈਨਸ 0 ਤਾਂ ਇਹਦਾ ਰਿਜ਼ਲਟ ਕੀ ਆ ਜਾਣਾ 10 ਅਪਨ 2 5 5 ਆ ਗਿਆ ਤੇ ਇਹ ਕੀ ਕਰ ਗਿਆ ਕਨਵਰਜ ਕਰ ਗਿਆ 5 ਕਨਵਰਜ ਟੂ 5 ਕਲੀਅਰ ये हो गया है कन्वर्ज कर गया 5 ओके ये फाइनाइट बन रही है ना लिमिट तो फाइनाइट बन गई एक ही हो गया अपनी कन्वर्ज टू 5 क्वेश्चन नंबर 2 does the sequence converge or diverge देखो आ sequence ਇੱਥੇ 1/3 आया 1 3 9 1/3 1 3 9 कितने ना कितने जाके अपने को देखिए आ जाना है इनफिनिटी कितने क्या आएगा या n आ जाना इनफिनिटी भी आ सकता है n भी आ सकता है
ਕੀ ਆਂਸਰ ਆਏਗਾ? ਦੱਸੋ ਤੁਸੀਂ ਕਿੰਨਾ ਆਂਸਰ ਆਏਗਾ? 1/3 1 1 1 3 9 1/3 ਇਨਫਿਨਿਟੀ ਆਣਾ ਚਾਹੀਦਾ ਨਾ ਵੀ 1/3 ਐਨ ਤੇ ਤਾਂ ਕੁਛ ਨਹੀਂ ਕਰਨਾ ਹੈ। ਹਾਂ ਤਾਂ ਇੱਥੇ ਇਨਫਿਨਿਟੀ ਆ ਜਾਏਗਾ। ਇਹ ਇਨਫਿਨਿਟੀ ਨੂੰ ਅਪਰੋਚ ਕਰ ਰਿਹਾ ਹੈ। ਅਗਰ ਇਨਫਿਨਿਟੀ ਨੂੰ ਅਪਰੋਚ ਕਰ ਰਿਹਾ ਹੈ ਤਾਂ ਇਹ ਕੀ ਹੋ ਗਿਆ? ਡਾਇਵਰਜ ਹੋ ਗਿਆ ਆਪਣੇ ਕੋਲ। ਇਹ ਕੀ ਕਰ ਰਿਹਾ ਹੈ? ਇਨਫਿਨਿਟੀ ਨੂੰ ਅਪਰੋਚ ਕਰ ਰਿਹਾ। ਦੇਖੋ 1/3 1 3 9 ਆਪਾਂ ਚੱਲਦੇ ਜਾਵਾਂਗੇ ਤਾਂ ਕਿਤੇ ਨਾ ਕਿਤੇ ਇਨਫਿਨਿਟੀ ਆ ਜਾਵੇਗਾ। ਇਨਫਿਨਿਟੀ ਨੂੰ ਅਪਰੋਚ ਕਰ ਰਿਹਾ ਤਾਂ ਇਹ ਕੀ ਹੋ ਗਿਆ ਆਪਣੇ ਕੋਲ? ਡਾਇਵਰਜ। क्वेश्चन नंबर 3 डेल्टा स्क्वायर्स कन्वर्ज और डाइवर्स ए स्क्वायर्स है ये की करेगी कन्वर्ज करेगी या डाइवर्स करेगी देखो 1/4 1/9 1/16 1/25 देखो ये नंबर है आ बड़ा आ छोटा आ हो छोटा आ छोटा ये नंबर घटता जा रहा है की हो रहा है नंबर घटता जा रहा है तो कितने ना कितने जीरो ਨੂੰ ਅਪਰੋਚ ਕਰ ਜਾਏਗਾ ਇਹ ਨੰਬਰ ਕੀ ਹੈ ਦੇਖੋ ਜਿਵੇਂ ਪਿਛਲਾ ਨੰਬਰ ਸੀ ਪਿਛਲਾ ਨੰਬਰ ਆਪਣੇ ਕੋਲ ਵੱਧਦਾ ਜਾਂਦਾ ਸੀ 1 3 9 ਤਾਂ ਕਿਤੇ ਨਾ ਕਿਤੇ ਇਨਫਿਨਿਟੀ ਨੂੰ ਅਪਰੋਚ ਕਰਦਾ ਅਗਰ ਇਨਫਿਨਿਟੀ ਨੂੰ ਅਪਰੋਚ ਕਰਦਾ ਤਾਂ ਆਪਾਂ ਕਹਿੰਦਾ ਇਹ ਡਾਇਵਰਜੈਂਟ ਹੋ ਗਿਆ ਇਨਫਿਨਿਟੀ ਤੇ ਲੇਕਿਨ ਆ ਜਿਹੜਾ ਨੰਬਰ ਹੈ ਇਹ ਘਟਦਾ ਜਾ ਰਿਹਾ ਘਟਦਾ ਕਿਤੇ ਨਾ ਕਿਤੇ ਤਾਂ ਇਹ ਜ਼ੀਰੋ ਨੂੰ ਅਪਰੋਚ ਕਰੇਗਾ ਇਹਦਾ ਆਂਸਰ ਆਪਣੇ ਕੋਲ ਜ਼ੀਰੋ ਬਣ ਜਾਏਗਾ ਤਾਂ ਇਹ ਕੀ ਹੋ ਜਾਏਗਾ ਫਿਰ ਕਨਵਰਜ ਟੂ ਜ਼ੀਰੋ ਇਹ ਕਿਹਨੂੰ ਕਨਵਰਜ ਕਰ ਜਾਏਗਾ ਜ਼ੀਰੋ ਨੂੰ ਕਨਵਰਜ ਕਰ Question number 4. Which of the following express 1 plus 3 plus 4 5 plus 9 देख दसना ਆਪਾਂ ਇਹਨਾਂ ਦੇ ਵਿੱਚੋਂ ਕਿਹੜੀ ਰਾਈਟ ਆਪਸ਼ਨ ਹੈ ਜੋ ਇਹਨੂੰ ਸੈਟੀਸਫਾਈ ਕਰਦੀ ਹੈ ਤਾਂ ਆਪਸ਼ਨ ਬਾਈ ਆਪਸ਼ਨ ਕਰ ਲਵਾਂਗੇ ਪਹਿਲਾਂ ਚੱਕਦੇ ਹਾਂ ਆਪਾਂ ਆ ਵਾਲੀ ਆਪਸ਼ਨ ਚੱਕ ਲਓ ਚਲੋ 1 ਪੁੱਟ ਕੀਤਾ 1 ਆ ਗਿਆ ਠੀਕ ਹੈ ਜੀ 1 ਚਾਹੀਦਾ ਹੈ 2 ਪੁੱਟ ਕੀਤਾ 3 ਆ ਗਿਆ 3 ਪੁੱਟ ਕੀਤਾ 5 ਆ ਗਿਆ ठीक है बन रहे हैं लेकिन जा कितों तक रहा 39 तक तो 39 पुट करो 39 पुट किया तो कितना हो गया है 78 माइनस 1 78 माइनस 1 77 लेकिन ਆਪਾਂ ਤਾਂ ਚਾਹੀਦਾ ਸਿਰਫ 39 ਤੱਕ ਤਾਂ ਇਹ ਤਾਂ ਕੈਂਸਲ ਹੋ ਗਿਆ ਦੇਖੋ ਆ ਦੋਨੋਂ ਇੱਕੋ ਜਿਹੇ ਲੱਗਦੇ ਦੇਖਣ ਚ ਬਟ ਇਹਦੀ ਜਿਹੜੀ ਲਿਮਿਟ ਹੈ ਉਹ 39 ਤੱਕ ਜਾ ਰਹੀ ਹੈ ਇਸ ਕਰਕੇ ਆਪਾਂ ਨੂੰ ਨੈਗਲੈਕਟ ਕਰਤਾ ਆ ਦੇਖੋ ਮਾਈਨਸ 1 ਪੁੱਟ ਕੀਤਾ ਤਾਂ 1 ਬਣ ਗਿਆ ਠੀਕ ਹੈ ਜੀ ਪਹਿਲਾ ਫਿਰ 1 ਪੁੱਟ ਕਰਾਂਗੇ ਇਸ ਤੋਂ ਅਗਲਾ ਤਾਂ 1 ਹੀ ਆਣਾ ਤਾਂ 3 ਵੀ ਬਣ ਗਿਆ ਠੀਕ ਹੈ ਜੀ 2 ਪੁੱਟ ਕਰਾਂਗੇ ਤਾਂ 4 ਬਣ ਰਿਹਾ ਬਟ 4 ਤਾਂ ਨਹੀਂ ਹੈਗਾ ਤਾਂ ਇਹ ਵੀ ਕੈਂਸਲ ਹੋ ਗਿਆ ਜੀ ਫਿਰ ਇਹ ਵਾਲੀ ਤੇ ਆ ਜਾਓ 2 ਪੁੱਟ ਕੀਤਾ 1 ਬਣ ਰਿਹਾ ਠੀਕ ਹੈ ਜੀ 4 ਪੁੱਟ ਕੀਤਾ 3 ਬਣ ਰਿਹਾ ਉਹਨੇ 2 1 ਤਾਂ ਪੁੱਟ ਨੇ 2 ਪੁੱਟ ਕੀਤਾ 1 ਬਣ ਰਿਹਾ 3 ਪੁੱਟ ਕੀਤਾ 2 ਬਣਦਾ ਇਹ ਵੀ ਕੈਂਸਲ 1 ਪੁੱਟ ਕੀਤਾ 1 ਬਣ ਗਿਆ 2 ਪੁੱਟ ਕੀਤਾ ਤਾਂ 3 ਬਣ ਗਿਆ 3 ਪੁੱਟ ਕੀਤਾ ਤਾਂ 5 ਬਣ ਗਿਆ ਅਪ ਟੂ 20 ਪੁੱਟ ਕੀਤਾ ਤਾਂ 39 ਬਣ ਗਿਆ ਤਾਂ ਆਪਣੀ ਆਪਸ਼ਨ ਰਾਈਟ ਹੋ ਜਾਏਗੀ ਇਹ ਵਾਲਾ क्लियर क्वेश्चन नंबर 5 द स्क्वायर्स ਆਪਾਂ ਦੱਸਣਾ ਏਰੀਆ ਸਕੁਐਂਸ ਹੈ ਕੀ ਕਰਦੀ ਹੈ ਬਾਉਂਡਡ ਐਂਡ ਕਨਵਰਜੈਂਟ ਕਨਵਰਜੈਂਟ ਐਂਡ ਅਨਬਾਉਂਡਡ ਬਾਉਂਡਡ ਐਂਡ ਡਾਈਵਰਜੈਂਟ ਡਾਈਵਰਜੈਂਟ ਐਂਡ ਅਨਬਾਉਂਡਡ देखो किसी स्क्वायर अपने को -1 दी पावर n n 1 टू इनफिनिटी n 1 टू इनफिनिटी ठीक है जी ਹੁਣ ਦੇਖੋ -1 टू n अगर ਆਪਾਂ ਇਹਦੇ ਵਿੱਚ 1 ਪੁੱਟ ਕਰਾਂਗੇ 1 ਪੁੱਟ ਕੀਤਾ ਤਾਂ -1 ਹੋ ਗਿਆ 2 ਪੁੱਟ ਕੀਤਾ ਤਾਂ ਪਲੱਸ ਦਾ 1 ਹੋ ਗਿਆ 3 ਪੁੱਟ ਕੀਤਾ ਮਾਈਨਸ ਦਾ 1 ਹੋ ਗਿਆ 4 ਪੁੱਟ ਕੀਤਾ ਤਾਂ ਪਲੱਸ ਦਾ 1 ਹੋ ਗਿਆ ਤੇ 5 ਪੁੱਟ ਕੀਤਾ ਤਾਂ ਫਿਰ ਮਾਈਨਸ ਦਾ 1 ਹੋ ਗਿਆ ਤਾਂ ਇਹ ਜਿਹੜੀ ਸਕੁਐਂਸ ਹੈ ਤੇ ਅਗਰ ਆਪਾਂ ਪੁੱਟ ਕਰਾਂਗੇ ਇਨਫਿਨਿਟੀ ਅਪ ਟੂ ਇਨਫਿਨਿਟੀ ਜਾਵਾਂਗੇ ਤਾਂ ਇਹਦਾ ਆਂਸਰ 0 ਬਣੇਗਾ ਤੁਹਾਨੂੰ ਇੱਕ ਗੱਲ ਪਤਾ ਹੈ ਕਿ ਅਗਰ 1 ਤੋਂ ਛੋਟੇ ਨੰਬਰ ਦਾ 1 ਤੋਂ ਛੋਟੇ ਨੰਬਰ ਦੀ ਪਾਵਰ ਇਨਫਿਨਿਟੀ ਲੈਂਦੇ ਆ ਤਾਂ ਉਹ 0 ਬਣਦੀ ਹੈ ਅਗਰ 1 ਤੋਂ ਵੱਡੇ ਨੰਬਰ ਦੀ ਪਾਵਰ ਇਨਫਿਨਿਟੀ ਲੈਂਦੇ ਆ ਤਾਂ ਉਹ ਕੀ ਬਣਦੀ ਹੈ 1 ਬਣਦੀ ਨਾ ਇਨਫਿਨਿਟੀ ਸੌਰੀ ਇਨਫਿਨਿਟੀ ਬਣਦੀ ठीक है तो हम -1 छोटा अगर इनफिनिटी से अप्रोच करांगे तो ये कितना कितने 0 भी बनेगा
ਤੇ ਜਿਹੜਾ ਇਹਦਾ ਵੱਡੇ ਤੋਂ ਵੱਡਾ ਨੰਬਰ ਹੈ ਉਹ 1 ਵੀ ਹੈ, ਤਾਂ ਇਹਦਾ ਮਤਲਬ ਇਹ ਬਾਉਂਡਡ ਤਾਂ ਹੋਊਗੀ ਕੀ ਤੋਂ ਲੈ ਕੇ 0 ਤੋਂ 1 ਦੇ ਵਿੱਚ, ਬਾਉਂਡਡ ਤਾਂ ਇਹ ਹੋਊਗੀ ਕਿਉਂਕਿ ਇਹਦੀ ਲੋਅਰ ਜਿਹੜੀ ਲਿਮਿਟ ਹੈ ਆਪਣੇ ਕੋਲ ਉਹ 0 ਬਣਦੀ ਹੈ। ਲੋਅਰ ਬਾਉਂਡ ਇਹਦਾ ਕੀ ਬਣ ਰਿਹਾ 0, ਅਪਰ ਬਾਉਂਡ ਕਿੰਨਾ ਬਣ ਰਿਹਾ 1, ਤਾਂ ਇਹ ਤਾਂ ਬਾਉਂਡਡ ਤਾਂ ਹੋਊਗੀ, ਬਾਉਂਡਡ ਹੋ ਗਈ। ਹੁਣ ਗੱਲ ਕਰਦੇ ਆਪਾਂ ਡਾਈਵਰਜੈਂਟ ਕਨਵਰਜੈਂਟ ਡਾਈਵਰਜੈਂਟ ਦੀ। ਦੇਖੋ ਇਹ ਸਿਕੁਐਂਸ ਆ ਜਿਹੜੀ ਇਸ ਪ੍ਰਕਾਰ ਦੀ ਸਿਕੁਐਂਸ ਨੂੰ ਕੀ ਬੋਲਦੇ ਆਪਾਂ ਓਸੀਲੇਟਰੀ, ਓਸੀਲੇਟਰੀ ਸਿਕੁਐਂਸ ਬੋਲਦੇ ਹਾਂ, ਠੀਕ ਹੈ ਜੀ। ਇਹਨੂੰ ਕੀ ਬੋਲਦੇ ਆ ਆਪਾਂ ਓਸੀਲੇਟਰੀ ਸਿਕੁਐਂਸ ਬੋਲਦੇ ਆ। ਤਾਂ ਹੁਣ -1 ਦੀ ਪਾਵਰ ਹੈ ਜੀ, ਅਗਰ ਆਪਾਂ n ਇਨਫਿਨਿਟੀ ਪੁੱਟ ਕੀਤਾ -1 + 1 -1 + 1, ਤਾਂ ਇਹਦਾ ਇਹ ਤਾਂ ਆਪਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਇੱਧਰ ਨੂੰ ਕਿਹਨੂੰ ਅਪਰੋਚ ਕਰ ਰਹੀ ਹੈ। ਤਾਂ ਇਹਦਾ ਆंसर ਆ ਜਾਣਾ ਡਾਈਵਰਜੈਂਟ। ये आंसर आएगा था डाइवर्जेंट आएगा, क्योंकि ਆਪਾਂ ਨੂੰ ਨਹੀਂ ਪਤਾ ਹੈ ਕਿਸ ਨੂੰ ਅਪਰੋਚ ਕਰ ਰਹੀ ਹੈ, ਇਹ ਕਦੇ -1 ਹੋ ਜਾਂਦੀ ਹੈ, ਕਦੇ +1, ਕਦੇ -1, ਕਦੇ +1, ਤਾਂ ਇਹ ਓਸੀਲੇਟਰੀ ਸਿਕੁਐਂਸ ਹੈ, ਤਾਂ ਇਹ ਕੀ ਹੋ ਜਾਏਗੀ ਡਾइवर्जेंट ਹੋ ਜਾਏਗੀ, ਡਾइवर्जेंट बाउंडर ਤਾਂ ਹੈ ਹੀ ਹੈ, ਨਾਲ ਕੀ ਹੋ ਜਾਏਗੀ डाइवर्जेंट। क्लियर। क्वेश्चन नंबर 6, the sequence Sn is 1 -1 by 2 1 by 3 -1 by 4 is, देखो ਜਿਹੜੀ सीरीज है अपनी ये की है, ਇਹਦਾ ਲੋਅਰ ਬਾਉਂਡ ਕਿੰਨਾ ਹੈ -1 by 2, ਅਪਰ ਬਾਉਂਡ ਕਿੰਨਾ ਹੈ 1, देखो लोअर बाउंड कितना -1 by 2, अपर बाउंड कितना 1, -1 by 2 सब तो छोटा, सब तो बड़ा 1, ठीक है जी। लोअर बाउंड कितना -1 by 2, अपर बाउंड 1, तो एक बाउंडेड तो होगी, ये होगी है बाउंडेड। मोनोटोनिक, मोनोटोनिक का मतलब होता है ज्यादा इंक्रीजिंग हो गई या डिक्रीजिंग हो गई, मोनोटोनिक इंक्रीजिंग, मोनोटोनिक डिक्रीजिंग। बट ये स्क्वायर देखो ना तो इंक्रीजिंग है, कदे तो प्लस भी हो रही है, कदे माइनस दी, कदे प्लस दी, कदे माइनस दी, तो ना तो इंक्रीजिंग है ना डिक्रीजिंग है, तो की हो जाएगी नॉट मोनोटोनिक बट बाउंडेड, बाउंडेड होगी बट की नहीं हैगी ये मोनोटोनिक नहीं है। क्लियर होगी गल। Question number 7. The series 2 plus 4 plus 6 plus 8 is convergent, divergent, या both of these या none of these। तो देखो 2, 4, 6, 8 इवन नंबर चल रहे हैं, तो कितने ना कितने की आ जाएगा 2n आ जाएगा, कितने ना कितने कितना आ जाना है 2n। तो हम 2n की होएगा अपने को, अगर आप आए थे लिमिट अप्लाई करांगे, लिमिट n टेंड टू इन्फिनिटी, तब 2n कितना हो जाना है इन्फिनिटी हो जाना है, ये तो जीरो ਨੂੰ ਅਪਰੋਚ नहीं ਕੀਤਾ ਤਾਂ ਕੀ ਹੋ ਜਾਣਾ ਆਪਣੇ ਕੋਲੇ डाइवर्जेंट, ये हो जाएगा ये डाइवर्जेंट। क्लियर। नेक्स्ट क्वेश्चन 8, द स्क्वायर्स -1 ਦੀ ਪਾਵਰ ਕਿੰਨੀ ਹੈ ਆਪਣੇ ਕੋਲ n अपॉन n इज, और दसना ਆਪਾਂ ਬਾਉਂਡਡ ਹੈ, ਡਿਕਰੀਜ਼ਿੰਗ ਹੈ, ਇਨਕਰੀਜ਼ਿੰਗ ਹੈ, ਨਨ ਆਫ ਦਿਸ। ਤਾਂ ਪੁੱਟ ਕਰੋ n, n ਆਪਾਂ ਅਗਰ 1 ਪੁੱਟ ਕਰਦੇ ਹਾਂ ਤਾਂ ਕੀ ਆ ਜਾਏਗਾ ਇਹ -1 ਦੀ ਪਾਵਰ 1, ठीक है। अगर 2 पुट किया तो प्लस हो जाएगा, नीचे आ जाएगा 1/2। अगर 3 पुट किया तो माइनस का ते नीचे 3, अगर 4 पुट किया तो ऊपर प्लस का नीचे 4, इस तरह चलती आ रही है। तो देखो लोअर बाउंड का कितना अपन मिल रहा है, लोअर बाउंड का -1 मिल रहा है, अपर बाउंड, अपर बाउंड हाफ, ये हाफ तो था छोटी ने सारे, लोअर बाउंड कितना -1 ते अपर बाउंड हाफ, ठीक है। तो ਇਹਦਾ मतलब बाउंडेड होगी, बाउंडेड होती है जिसका लोअर बाउंड भी रेजिस्ट करे थे, अपर बाउंड भी रेजिस्ट करे, ठीक है। बट इंक्रीजिंग डिक्रीजिंग तो आप कह नहीं सकते, देखो नेगेटिव पॉजिटिव नेगेटिव पॉजिटिव, तो ना ही इंक्रीजिंग है ना डिक्रीजिंग है, इसका मतलब इंक्रीजिंग भी नहीं है डिक्रीजिंग भी नहीं है, तो ओनली की है ये बाउंडेड। क्लियर। लॉजिकल। ਅੱਜ ਦੀ ਆਪਣੀ ਛੋਟੀ ਜੀ ਕਲਾਸ ਸੀਗੀ, ਬਸ ਕੋਸ਼ਿਸ਼ ਆਪਾਂ ਕੀਤੀ ਸੀ ਕਿ ਤੁਹਾਨੂੰ ਟੈਸਟ ਰਿਵਾਈਜ਼ ਕਰਵਾਏ ਜਾਣ। आई होप ਤੁਹਾਨੂੰ ਸਮਝ ਆ ਗਿਆ ਹੋਣਾ ਚੰਗੀ ਤਰ੍ਹਾਂ ਇਹ ਟੈਸਟ।
अगर क्लास बढ़िया लगी तो लाइक शेयर एंड कमेंट जरूर कर दिया से। थैंक्स फॉर वॉचिंग।